ਹੈਲੋ ਸਟੂਡੈਂਟਸ, ਵੈਲਕਮ ਟੂ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ। ਸੋ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਪੇਪਰ ਦੀ ਤਿਆਰੀ ਚੱਲ ਰਹੀ ਹੈ। ਠੀਕ ਹੈ, ਸੋ ਅਸੀਂ 2024 ਚ ਜਿੰਨੀਆਂ ਵੀ ਸ਼ਿਫਟਾਂ ਹੋਈਆਂ ਉਹਦੇ ਇੱਕ ਇੱਕ ਕਰਕੇ ਸ਼ਿਫਟ ਦੇ ਮੈਥਸ ਦੇ ਐਗਜ਼ਾਮ ਜਿਹੜੇ ਹੈ ਜੋ ਮੈਥਸ ਦੀ ਸ਼ਿਫਟ ਹੈ ਉਹ ਕਰ ਰਹੇ ਹਾਂ। ਠੀਕ ਹੈ, ਸੋ 8 ਸ਼ਿਫਟਾਂ ਆਪਾਂ ਆਲਰੇਡੀ ਜਿਹੜੀਆਂ ਵਾ YouTube ਤੇ ਅਪਲੋਡ ਕਰਤੀਆਂ। ਅੱਜ 9ਵੀਂ ਸ਼ਿਫਟ ਬਾਰੇ ਗੱਲ ਕਰਾਂਗੇ। ਠੀਕ ਹੈ, ਸੋ 2025 ਦੀ ਤਿਆਰੀ ਅਗਰ ਤੁਸੀਂ ਆਫਲਾਈਨ ਮੋਡ ਦੇ ਵਿੱਚ ਕਰਨਾ ਚਾਹੁੰਦੇ ਹੋ, ਤੁਸੀਂ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ ਵਿਜ਼ਿਟ ਕਰ ਸਕਦੇ ਹੋ। ਯੂਨੀਵਰਸਿਟੀ ਦੇ ਸਾਹਮਣੇ UT ਮਾਰਕੀਟ ਦੇ ਵਿੱਚ ਹੈ। ਠੀਕ ਹੈ ਜੀ, ਚਲੋ ਸ਼ਿਫਟ 9 ਦਾ ਫਸਟ ਕੁਐਸਚਨ ਸਟਾਰਟ ਕਰਦੇ ਹਾਂ ਮੈਥਸ ਦਾ। ਦੇਖੋ ਇਹ ਸਕਸੈਸਿਵ ਪਰਸੈਂਟੇਜ ਵਾਲਾ ਕੁਐਸਚਨ ਹੈ। ਠੀਕ ਹੈ, ਸੋ ਕਈ ਸੈਟਸ ਦੇ ਵਿੱਚ 2 ਕੁਐਸਚਨ ਵੀ ਆਏ ਆ, ਸ਼ਾਇਦ ਇਸ ਸ਼ਿਫਟ ਦੇ ਵਿੱਚ 2 ਕੁਐਸਚਨਸ ਹੀ ਹੈ ਇਹਦੇ ਉੱਤੇ। ਸੋ ਇਨਕਮ ਆਫ ਦਾ ਅਮਿਤ ਇਨ 2019 ਇਜ਼ 24,700। ਸੋ ਅਮਿਤ ਦੀ 2019 ਦੇ ਵਿੱਚ ਜੋ ਇਨਕਮ ਸੀਗੀ ਉਹ 24,700 ਸੀਗੀ। ਹਰ ਸਾਲ 10% ਇਨਕਰੀਜ਼ ਹੋ ਰਹੀ ਹੈ। ਦੱਸੋ 2021 ਚ ਕਿੰਨੀ ਹੋਊਗੀ, ਮਤਲਬ 2 ਸਾਲ ਬਾਅਦ ਕਿੰਨੀ ਹੋਊਗੀ। तो बड़ा देसी तरीका अगर आप अपनाइए तो 24,700 ਉਹਦੀ पे है। 10% ਕਿੰਨਾ ਹੁੰਦਾ 24,700 ਦਾ? 24,700 ਦਾ 10% ਹੁੰਦਾ 2470। ਸੋ ਮੈਂ ਕੀ ਕਰੂੰਗਾ, ਇਹਦੇ ਵਿੱਚ 2470 ਜਿਹੜਾ ਵਾ 10% ਐਡ ਕਰ ਦੂੰਗਾ। ਸੋ ਕਿੰਨਾ ਹੋ ਗਿਆ 27,170। ਸੋ ਕਹਿੰਦਾ ਮਤਲਬ 2019 ਚ 24,700, 2020 ਦੇ ਵਿੱਚ 27,170। ਹੁਣ ਅਸੀਂ ਦੱਸਣਾ ਵਾ 2021 ਚ ਕਿੰਨਾ ਹੋਊਗਾ। ਹੁਣ ਇਹਦਾ 10% ਵਧੂਗਾ ਅਗਲੀ ਵਾਰ। ਸੋ ਇਹਦਾ 10% ਕਿੰਨਾ ਹੁੰਦਾ ਵਾ 2717। ਸੋ 2717 ਅਗਰ ਮੈਂ ਇਹ 'ਚ ਐਡ ਕਰੂੰਗਾ ਸੋ ਸਾਡਾ ਨੰਬਰ ਕੀ ਆ ਗਿਆ, ਲਾਸਟ ਦੇਖੋ ਕੀ ਆ ਗਿਆ 87। ਸੋ 87 ਵਾਲਾ ਸਾਡੇ ਕੋਲ ਇੱਕੋ ਹੀ ਆਪਸ਼ਨ ਹੈ, ਬਾਕੀ ਅਸੀਂ ਨਿਕਾਲ ਲੈਂਦੇ ਹਾਂ। ਇੱਥੇ ਆ ਗਿਆ 8, ਇੱਥੇ ਆ ਗਿਆ 9, ਇੱਥੇ 2। ਸੋ 29887 ਜੋ ਹੈ ਸਾਡਾ ਆਂਸਰ ਆਊਗਾ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਸਕਸੈਸਿਵ ਪਰਸੈਂਟੇਜ ਇਨਕਰੀਜ਼, ਕਿਉਂਕਿ ਬਹੁਤ ਸਾਰੇ ਜ਼ੀਰੋ ਮਤਲਬ 2 ਜ਼ੀਰੋ ਨਜ਼ਰ ਆ ਰਹੇ ਆ ਮੈਨੂੰ, ਇਸ ਲਈ ਮੈਂ ਦੇਸੀ ਤਰੀਕੇ ਨਾਲ ਕਰ ਸਕਦਾ। ਇੱਦਾਂ ਦੇ ਕੁਐਸਚਨ ਨੂੰ ਸੋਲਵ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਆ। ਠੀਕ ਹੈ ਜੀ, ਚਲੋ ਜਾਂ ਮੈਂ ਸਿੱਧਾ 10% ਅਗਰ 2 ਵਾਰ ਵੱਧ ਰਿਹਾ ਵਾ ਤਾਂ ਮੈਂ ਸਿੱਧਾ ਇਸ ਨੰਬਰ ਦੇ 21% ਵੀ ਵਧਾ ਸਕਦਾ ਵਾਂ। ਇੱਕ ਆ ਤਰੀਕਾ ਵਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਕਹਿੰਦਾ 4th ਪ੍ਰਪੋਰਸ਼ਨ ਦੱਸੋ ਇਹਨਾਂ ਦਾ। ਸੋ 4th ਪ੍ਰਪੋਰਸ਼ਨ ਦਾ ਮਤਲਬ ਹੁੰਦਾ ਵਾ ਕਿ ਇਹਦੇ ਤਿੰਨਾਂ ਨੰਬਰਾਂ ਨੂੰ ਅਗਰ ਮੈਂ ਲਿਖਾਂ 12:24 ਇਜ਼ ਇਕੁਅਲ ਟੂ 45:x। ਹੁਣ ਜੋ x ਹੈ ਇਹ 4th ਪ੍ਰਪੋਰਸ਼ਨ ਹੈ। ਅਗਰ ਮੈਨੂੰ 3 ਨੰਬਰ ਦਿੱਤੇ ਹੋਣਗੇ 4th ਪ੍ਰਪੋਰਸ਼ਨ 'ਚ ਹਮੇਸ਼ਾ 3 ਨੰਬਰ ਦਿੱਤੇ ਹੁੰਦੇ ਆ, ਉਹ 3 ਨੰਬਰਸ ਨੂੰ ਇੱਧਰ ਲਿਖਣਾ ਵਾ। ਚੌਥਾ ਨੰਬਰ x ਹੈ ਸਾਡਾ, ਉਹ 4th ਪ੍ਰਪੋਰਸ਼ਨ ਹੈ। ਸੋ ਕੀ ਬਣੂਗਾ, ਡਾਟਸ ਦਾ ਮਤਲਬ ਰੇਸ਼ੋ ਦਾ ਮਤਲਬ ਹੁੰਦਾ ਡਿਵੀਜ਼ਨ। 45/x, 12 1 ਜਾ 12 2 ਜਾ, x ਇੱਧਰ ਜਾਊਂਗਾ ਡਿਨੋਮੀਨੇਟਰ ਤੋਂ ਨਿਊਮਰੇਟਰ ਵਾਲੀ ਸਾਈਡ। 2 ਤੇ 45 ਮਲਟੀਪਲਾਈ ਹੋਣਗੇ, ਕਿੰਨਾ ਆਊਗਾ ਸਾਡਾ ਆਂਸਰ 90। ਸੋ 90 ਜੋ ਹੈ ਇਹਦਾ 4th ਪ੍ਰਪੋਰਸ਼ਨ ਹੈ। ਠੀਕ ਹੈ ਜੀ, ਲੱਗੀ ਗੱਲ ਸਮਝ। ਈਜ਼ੀ ਕੁਐਸਚਨ ਸੀਗਾ। ਨੈਕਸਟ ਕੁਐਸਚਨ ਕਰਦੇ ਹਾਂ। ਹੁਣ ਸਾਡੇ ਕੋਲ ਜਿਹੜਾ ਕੁਐਸਚਨ ਹੈ ਉਹ ਹੈ ਪ੍ਰੋਫਿਟ ਐਂਡ ਲਾਸ ਤੋਂ, ਕਿ ਜੌਨ ਬੌਟ ਅ ਲੈਪਟਾਪ ਐਟ 25% ਡਿਸਕਾਊਂਟ ਔਨ ਦਾ ਮਾਰਕਡ ਪ੍ਰਾਈਸ। ਸੋ MRP ਜੋ ਹੁੰਦਾ ਉਹਨੂੰ ਮਾਰਕਡ ਪ੍ਰਾਈਸ ਕਹਿੰਦੇ ਆਪਾਂ ਇੱਥੇ, ਮੈਕਸਿਮਮ ਰਿਟੇਲ ਪ੍ਰਾਈਸ। ਉੱਤੇ 25% ਦਾ ਡਿਸਕਾਊਂਟ ਹੋਣ ਤੋਂ ਬਾਅਦ ਉਹਨੇ ਚੀਜ਼ 28,473 ਦੀ ਖਰੀਦੀ ਹੈ। ਉਹ ਪੁੱਛ ਰਿਹਾ ਕਿ ਦੱਸੋ ਮਾਰਕਡ ਪ੍ਰਾਈਸ ਕਿੰਨਾ ਹੋਊਗਾ। ਠੀਕ ਹੈ, ਤੁਸੀਂ ਮੰਨ ਲਓ ਲੈਪਟਾਪ ਖਰੀਦਣ ਗਏ ਤੇ ਉੱਥੇ 25% ਦਾ ਡਿਸਕਾਊਂਟ ਹੈ। ਡਿਸਕਾਊਂਟ ਤੋਂ ਬਾਅਦ ਤੁਸੀਂ 24,873 ਰੁਪਏ ਦੇ ਕੇ ਆਏ ਆ। ਉਹ ਪੁੱਛ ਰਿਹਾ ਕਿ MRP ਕਿੰਨਾ ਵਾ। ਸੋ ਮਾਰਕਡ ਪ੍ਰਾਈਸ ਜਿਹੜਾ MRP ਹੁੰਦਾ ਵਾ, ਇਹਦੇ ਤੇ ਅਗਰ 25% ਦਾ ਡਿਸਕਾਊਂਟ ਹੈ, ਤੁਹਾਨੂੰ 25% ਉਹਨੇ ਛੱਡ ਤੇ ਤੁਸੀਂ ਕਿੰਨੇ ਪੈਸੇ ਦੇ ਕੇ ਆਏ ਮਾਰਕਡ ਪ੍ਰਾਈਸ ਦਾ? 75% ਦੇ ਕੇ ਆਏ। 75% ਨੂੰ ਅਸੀਂ ਫਰੈਕਸ਼ਨ ਦੇ ਫਾਰਮ 'ਚ ਲਿਖਦੇ ਹਾਂ 3/4। ਠੀਕ ਹੈ, ਫਰੈਕਸ਼ਨਸ ਤੁਹਾਨੂੰ ਆਉਣੀ ਚਾਹੀਦੀਆਂ ਵਾ। ਸੋ ਮੈਂ ਕੀ ਕਰੂੰਗਾ, ਮਾਰਕਡ ਪ੍ਰਾਈਸ ਦਾ ਜਿਹੜਾ 75% ਹੈ, ਜਿਹੜਾ 3/4 ਹਿੱਸਾ ਹੈ, ਉਹ ਅਸੀਂ ਪੇ ਕਰਕੇ ਆਏ, ਜੋ ਕਿ ਕਿੰਨਾ ਵਾ 28,473। ਹੁਣ ਮੈਂ ਕੀ ਕਰੂੰਗਾ, 3 ਦੀ ਕਟਿੰਗ ਕਰੂੰਗਾ। ਅਗਰ ਮੈਂ 3 ਦੀ ਕਟਿੰਗ ਕਰੂੰਗਾ ਇੱਥੇ ਨੰਬਰ ਦੇ ਨਾਲ, ਸੋ 3 ਦਾ 9 ਦੇ ਨਾਲ ਕੀ 27 ਆਉਂਦਾ। ਇੱਥੇ ਕੀ ਬਚਿਆ 1 1 ਤੇ 4 14, 4 ਦਾ ਕੀ ਹੋ ਗਿਆ 12, ਬਚਿਆ ਕੀ 27। ਫਿਰ ਇੱਥੇ ਕੀ ਆ ਜਾਊਗਾ 9, 3 ਦੀ ਜਗ੍ਹਾ ਤੇ ਆਪਾਂ ਲਿਖ ਦਾਂਗੇ 1। ਸੋ ਮੇਰੇ ਕੋਲ ਨੰਬਰ ਕਿੰਨਾ ਆ ਗਿਆ 94। ਸੋ ਮਾਰਕਡ ਪ੍ਰਾਈਸ ਕਿੰਨਾ ਆਊਗਾ ਸਾਡੇ ਕੋਲ 9491 × 4। ਸੋ 4 ਨਾਲ ਮਲਟੀਪਲਾਈ ਕਰਾਂਗੇ, 4 1 ਜਾ 4, 4 9 ਜਾ ਹੁੰਦਾ 36, 3 ਕੈਰੀ ਹੋ ਗਿਆ, 4 4 ਜਾ 16 ਤੇ 3 19, 1 ਕੈਰੀ ਹੋ ਗਿਆ, 9 4 ਜਾ 36 ਤੇ 37। ਸੋ ਚੀਜ਼ ਸੀਗੀ 37,964 ਰੁਪਏ ਦੀ। ਠੀਕ ਹੈ, MRP ਸੀਗਾ 37,964 ਰੁਪਏ। 25% ਡਿਸਕਾਊਂਟ ਕਰਨ ਤੋਂ ਬਾਅਦ ਕਿੰਨਾ ਆਇਆ, ਸਾਡੇ ਕੋਲ ਡਿਸਕਾਊਂਟ ਕਰਕੇ ਆਇਆ 28,473 ਰੁਪਏ। ਠੀਕ ਹੈ ਜੀ, ਈਜ਼ੀ ਕੁਐਸਚਨ ਆਏ ਆ। ਅਗਰ ਤੁਹਾਨੂੰ ਮੈਥਸ 'ਚ ਡਿਫੀਕਲਟੀ ਲੱਗਦੀ ਹੈ ਤੁਸੀਂ ਵਿਜ਼ਿਟ ਕਰ ਸਕਦੇ ਇੱਕ ਵਾਰ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ। ਠੀਕ ਹੈ, ਸੋ ਜਿਹੜੀਆਂ ਫਰੈਕਸ਼ਨਸ ਵਗੈਰਾ ਲਿਖ ਰਹੇ ਆ, ਸਾਰੀਆਂ ਚੀਜ਼ਾਂ ਜਿਹੜੀਆਂ ਵਾ ਅਸੀਂ ਕਰਵਾਉਂਦੇ ਹਾਂ ਤਾਂ ਜੋ 1/1 ਤੋਂ ਲੈ ਕੇ 1/20 ਤੱਕ ਦੀਆਂ ਫਰੈਕਸ਼ਨਸ ਜੋ ਹੈ ਯਾਦ ਕੀਤੀਆਂ ਜਾਂਦੀਆਂ। ਅਗੇਨ ਕੁਐਸਚਨ ਜਿਹੜਾ ਹੈ ਸਿੰਪਲੀਫਿਕੇਸ਼ਨ ਦਾ ਹੈ। ਸਿੰਪਲੀਫਿਕੇਸ਼ਨ 'ਚ ਹੁਣ ਅਸੀਂ ਕੀ ਦੇਖਣਾ ਵਾ, √2704। ਬਾਕੀ ਤਾਂ ਬੋਰਡ ਮਾਸ ਮੈਂ ਲਗਾ ਦੂੰਗਾ, ਪਰ 2704 ਜਿਹੜਾ ਵਾ
ਉਹ ਕਿਹਦਾ ਸਕੁਏਅਰ ਹੁੰਦਾ ਵਾ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਵਾ। ਜੋ ਤੁਸੀਂ ਬਹੁਤ ਸਾਰੇ ਸਕੁਏਅਰਸ ਯਾਦ ਕਰ ਲਓ, ਟੈਕਨੀਕਸ ਯਾਦ ਕਰ ਲਓ, ਕਈ ਕੁਐਸਚਨ ਦੇਖ ਕੇ ਪਤਾ ਲੱਗ ਜਾਂਦੇ ਆ। ਠੀਕ ਹੈ, ਜਿੱਦਾਂ ਕਿ ਅਗਰ ਮੈਂ ਅੰਦਾਜ਼ਾ ਲਗਾਉਣਾ ਹੋਵੇ ਤਾਂ ਮੈਂ ਤੁਹਾਨੂੰ ਕਹਿ ਸਕਦਾ ਕਿ 50 ਦਾ ਸਕੁਏਅਰ ਜਿਹੜਾ ਹੁੰਦਾ ਵਾ ਕਿੰਨਾ ਹੁੰਦਾ ਵਾ, 2500 ਹੁੰਦਾ ਵਾ। 50 ਦਾ ਸਕੁਏਅਰ ਕਿੰਨਾ ਹੁੰਦਾ ਵਾ, 2500 ਹੁੰਦਾ ਵਾ। ਸੋ 2500 ਦੇ ਨਜ਼ਦੀਕ ਹੈ। ਸੋ ਇਦਾਂ ਦਾ ਕਿਹੜਾ ਨੰਬਰ ਹੈ ਜਿਹਦਾ ਸਕੁਏਅਰ ਕਰੀਏ ਤਾਂ 4 ਆ ਜਾਏ, ਉਹ ਹੁੰਦਾ 2। 2 ਦਾ ਸਕੁਏਅਰ ਕਰਾਂਗੇ ਤਾਂ 4, ਮਤਲਬ ਕਿ ਇਹ 52 ਦਾ ਸਕੁਏਅਰ ਕਰਾਂਗੇ ਤਾਂ ਸਾਡੇ ਕੋਲ 2704 ਆਊਗਾ। ਠੀਕ ਹੈ ਜੀ। ਸਕੁਏਅਰ ਰੂਟ ਕੱਢਣ ਦੀ ਅਲੱਗ ਤੋਂ ਟੈਕਨੀਕ ਹੁੰਦੀ ਹੈ, ਜਿਹੜਾ ਕਿ ਆਪਾਂ ਆਲਰੇਡੀ ਵੀਡੀਓ YouTube ਤੇ ਅਪਲੋਡ ਕੀਤੀ ਹੋਈ ਹੈ, ਤੁਸੀਂ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਕਿ ਸਕੁਏਅਰ ਰੂਟ ਕਿੱਦਾਂ ਨਿਕਾਲਦੇ ਆ। ਠੀਕ ਹੈ, ਅਸੀਂ ਉਹਦੇ 'ਚ ਲਾਸਟ ਡਿਜਿਟ ਅਲੱਗ ਕਰਕੇ ਨਿਕਾਲਦੇ ਹਾਂ। ਸੋ ਫਿਲਹਾਲ ਇੱਥੇ ਜੋ ਸਕੁਏਅਰ ਆਊਗਾ ਉਹ ਕਿੰਨਾ ਆਊਗਾ, 52 ਆਊਗਾ। ਸੋ ਮੇਰੇ ਕੋਲ ਕੀ ਆ ਗਿਆ, 21 × 6 × 624 ਡਿਵਾਈਡਡ ਬਾਏ, ਇੱਥੇ ਮੈਂ ਲਿਖੂੰਗਾ 52, 52 ਇਜ਼ ਇਕੁਅਲ ਟੂ y ਪਲੱਸ ਇਹ ਨੰਬਰ ਆ ਗਿਆ 559। ਠੀਕ ਹੈ ਜੀ। ਹੁਣ ਇਹਨੂੰ ਸੋਲਵ ਕਰਦੇ ਹਾਂ। ਦੇਖੋ ਇੱਥੇ ਮੇਰੇ ਕੋਲ ਡਿਵੀਜ਼ਨ ਹੈ, ਸਭ ਤੋਂ ਪਹਿਲਾਂ ਬੋਰਡ ਮਾਸਟਰ ਡਿਵੀਜ਼ਨ ਸੋਲਵ ਹੁੰਦੀ ਹੈ। ਸੋ 624 ਨੂੰ ਅਗਰ ਮੈਂ 52 ਦੇ ਨਾਲ ਡਿਵਾਈਡ ਕਰਾਂ, ਸਾਡਾ ਆਂਸਰ ਕੀ ਆਊਗਾ, ਸਾਡਾ ਇੱਥੇ ਆਂਸਰ ਦੇਖੋ ਨੀਚੇ ਵਾਲੇ ਨੰਬਰ ਨੂੰ 10 ਨਾਲ ਮਲਟੀਪਲਾਈ ਕਰਾਂ ਤੇ 520 ਬਣਦਾ ਵਾ, ਉੱਪਰ ਵਾਲਾ ਨੰਬਰ 624 ਹੈ, 104 ਜ਼ਿਆਦਾ, 52 ਡਬਲ 104 ਹੁੰਦਾ ਵਾ। ਠੀਕ ਹੈ, ਸਮਝ ਰਹੇ ਹੋ। 52 ਨੂੰ ਅਗਰ ਮੈਂ 10 ਨਾਲ ਮਲਟੀਪਲਾਈ ਕਰਾਂ ਤਾਂ ਕਿੰਨਾ ਆ ਗਿਆ, 520, ਉੱਪਰ ਵਾਲਾ ਨੰਬਰ ਕਿੰਨਾ ਵਾ, 624, 520 ਤੋਂ ਕਿੰਨਾ ਜ਼ਿਆਦਾ ਵਾ, 104 ਨੰਬਰ ਜ਼ਿਆਦਾ ਵਾ। ਸੋ 52 ਦਾ ਦੂਸਰਾ ਮਲਟੀਪਲ ਹੁੰਦਾ 104। ਠੀਕ ਹੈ, ਸੋ 10 ਮਲਟੀਪਲ ਹੈ 2 ਹੈ, ਟੋਟਲ 12 ਦੇ ਨਾਲ ਕਟਿੰਗ ਹੋਊਗੀ। ਇੱਥੇ ਮੇਰੇ ਕੋਲ ਕੀ ਆਊਗਾ, 12। ਮਲਟੀਪਲੀਕੇਸ਼ਨ ਇੱਥੇ 6 ਆ ਗਿਆ, ਇੱਥੇ ਕੀ ਆ ਗਿਆ 21, ਇਹ ਡਿਵੀਜ਼ਨ ਦੇ ਨਾਲ ਸਾਡੇ ਕੋਲ 12 ਆਇਆ ਇਜ਼ ਇਕੁਅਲ ਟੂ 5 ਪਲੱਸ y ਪਲੱਸ 559। ਹੁਣ 12 ਤੇ 6 ਕਿੰਨਾ ਹੁੰਦਾ ਵਾ, 72। 72 ਨੂੰ ਅਸੀਂ ਮਲਟੀਪਲਾਈ ਕਰਨਾ 21 ਦੇ ਨਾਲ। ਠੀਕ ਹੈ, ਜਾਂ ਮੈਂ 10 ਕਰਕੇ ਵੀ ਕਰ ਸਕਦਾ ਵਾ, ਜਾਂ ਫਿਰ ਸਿੱਧਾ ਹੀ ਲਿਖ ਦੋ। ਅਗਰ 1 ਨਾਲ ਮਲਟੀਪਲਾਈ ਹੋ ਰਿਹਾ ਤੇ 72 ਲਿਖ ਦਾਂਗੇ, 2 ਨਾਲ ਹੋ ਰਿਹਾ ਵਾ ਤੇ 144 ਆ ਜਾਊਗਾ। ਠੀਕ ਹੈ, ਸੋ ਇੱਥੇ 2 ਹੈ 11, ਸੋ ਮੇਰੇ ਕੋਲ ਆ ਗਿਆ 1512। ਸੋ ਇੱਥੇ ਜਿਹੜੀ ਵੈਲਿਊ ਟੋਟਲ ਨਿਕਲ ਕੇ ਆਈ ਹੈ ਉਹ ਸਾਡੇ ਕੋਲ ਆਈ 1512, ਜਿਹਦੇ ਵਿੱਚੋਂ ਇਹ ਨੰਬਰ ਮਾਈਨਸ ਕਰ ਦਿਓ 559। ਠੀਕ ਹੈ ਜੀ। ਹੁਣ ਦੇਖੋ ਇੱਥੇ ਕੀ ਹੈ, ਸਾਡੇ ਕੋਲ 12, 12 ਚੋਂ 9 ਗਏ, 3 ਆ ਗਏ, ਇੱਥੇ 0 ਰਹਿ ਗਿਆ, 10 ਚੋਂ 5 ਗਏ 5, ਇੱਥੇ 4 ਰਹਿ ਗਿਆ, ਸੋ 14 ਚੋਂ 5 ਗਏ, ਸਾਡੇ ਕੋਲ ਕੀ ਆ ਜਾਊਗਾ 9। ਸੋ 953 ਜਿਹੜਾ ਵਾ ਉਹ ਸਾਡਾ ਆਂਸਰ ਹੈ। ਠੀਕ ਹੈ ਜੀ, ਈਜ਼ੀ ਕੁਐਸਚਨ ਹੈ ਸਿੰਪਲੀਫਿਕੇਸ਼ਨ ਦਾ। ਠੀਕ ਹੈ ਜੀ। ਡਿਫਰੈਂਟ ਬੱਚੇ ਡਿਫਰੈਂਟ ਅਪਰੋਚ ਦੇ ਨਾਲ ਕਰਦੇ ਆ, ਸਾਰੀਆਂ ਅਪਰੋਚ ਠੀਕ ਹੁੰਦੀਆਂ ਵਾ ਜਦ ਤੱਕ ਆਂਸਰ ਆ ਰਿਹਾ ਤੁਹਾਡਾ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਕਹਿੰਦਾ, ਅਗਰ ABC ਦੀ ਧਿਆਨ ਨਾਲ ਸੁਣਿਓ, A/B/C ਜੋ ਹੈ ਉਹ 3/2/4 ਹੈ। ਉਹ ਕਹਿ ਰਿਹਾ ਕਿ B/D ਜਿਹੜਾ ਹੈ ਉਹ 2/3 ਹੈ। ਦੇਖੋ B ਦੀ ਵੈਲਿਊ ਇੱਥੇ ਵੀ 2 ਹੈ, B ਦੀ ਵੈਲਿਊ ਇੱਥੇ ਵੀ 2 ਹੈ। ਸੋ ਅਗਰ ਇਹ ਸੇਮ ਹੋ ਜਾਏ ਕਾਮਨ ਨੰਬਰ ਤਾਂ ਮੈਂ ਲਿਖ ਸਕਦਾ ਕਿ ਜਿਹੜੀ D ਹੈ ਇੱਥੇ ਜਿਹੜਾ ਉਹਦੀ ਵੈਲਿਊ ਇੱਥੇ 3 ਹੀ ਹੋਊਗੀ। B/D ਕਿੰਨਾ ਵਾ, 2/3 ਹੈ ਨਾ, ਇੱਥੇ ਵੀ 2/3 ਦਿੱਤਾ। ਸੋ ABCD ਦੀ ਵੈਲਿਊਜ਼ ਆ ਗਈਆਂ 3, 2, 4, 3। ਹੁਣ ਉਹ ਮੈਨੂੰ ਪੁੱਛ ਰਿਹਾ ਵਾ ਕਿ ਦੱਸੋ A + C + D ਅਪੋਨ C - B ਦਾ ਜਦੋਂ ਅਸੀਂ ਕਿਊਬ ਕਰਾਂਗੇ ਉਹਦੀ ਵੈਲਿਊ ਕਿੰਨੀ ਹੋਊਗੀ। A ਦੀ ਵੈਲਿਊ ਕਿੰਨੀ ਹੈ 3, C ਦੀ ਵੈਲਿਊ ਕਿੰਨੀ ਹੈ 4, D ਦੀ ਵੈਲਿਊ ਕਿੰਨੀ ਹੈ 3 ਅਪੋਨ C - B। C - B 4 ਚੋਂ 2 ਗਏ, ਕੀ ਬਚੇ 2। ਸੋ 4 3 7 ਤੇ 3 10, ਇੱਥੇ 10 ਆ ਗਿਆ, ਇੱਥੇ ਕੀ ਆ ਗਿਆ 2। ਸਾਡੇ ਕੋਲ ਵੈਲਿਊ ਕਿੰਨੀ ਆ ਗਈ 5। ਠੀਕ ਹੈ, ਇਹਦਾ ਕਰਨਾ ਵਾ ਅਸੀਂ ਕਿਊਬ। 5 ਦਾ ਕਿਊਬ ਹੁੰਦਾ ਵਾ ਸਾਡੇ ਕੋਲ 125। ਸਾਡਾ ਆਂਸਰ ਕੀ ਹੋਊਗਾ 125। ਠੀਕ ਹੈ ਜੀ, ਲੱਗ ਰਹੀ ਹੈ ਸਮਝ, ਈਜ਼ੀ ਕੁਐਸਚਨਸ ਹੈ। ਨੈਕਸਟ ਦੇਖਦੇ ਹਾਂ, ਅਗੇਨ ਸਿੰਪਲੀਫਿਕੇਸ਼ਨ ਦਾ ਕੁਐਸਚਨ ਹੈ। ਸੋ ਇਹ ਆਪਾਂ ਸੋਲਵ ਕਰਦੇ ਹਾਂ। ਦੇਖੋ 5 ਦਾ ਕਿਊਬ ਕਿੰਨਾ ਹੁੰਦਾ ਵਾ 125, -9 ਦਾ ਕਿਊਬ ਕਿੰਨਾ ਹੁੰਦਾ ਵਾ 81। ਹੁਣ ਇੱਥੇ ਧਿਆਨ ਦੇਖੋ, ਬ੍ਰੈਕਟ ਪਹਿਲਾਂ ਸੋਲਵ ਹੋਣੀ ਵੈਸੇ ਤਾਂ, ਕਿਉਂਕਿ ਇਹ ਤਾਂ ਹਜੇ ਮੈਂ ਕੁਝ ਪਲੱਸ ਮਾਈਨਸ ਯੂਜ਼ ਨਹੀਂ ਕੀਤਾ। ਸੋ 12 ਨੂੰ 4 ਨਾਲ ਡਿਵਾਈਡ ਕਰਾਂਗੇ ਤਾਂ ਆਊਗਾ 3। 3 ਦਾ ਸਕੁਏਅਰ ਕਿੰਨਾ ਹੁੰਦਾ 9। ਸੋ ਇੱਥੇ ਪਲੱਸ ਆ ਗਿਆ ਮੇਰੇ ਕੋਲ 9, ਅੱਗੇ ਹੈ -32। ਇੱਥੇ ਪਲੱਸ ਤੋਂ ਬਾਅਦ ਕੀ ਹੈ 8 × 0। 8 × 0 ਕਿੰਨਾ ਹੁੰਦਾ ਵਾ 0। ਸੋ ਇਹ ਵੈਲਿਊ ਮੈਂ ਨਹੀਂ ਲਾਊਂਗਾ। ਪਲੱਸ ਵਾਲੇ ਇਕੱਠੇ ਕਰ ਲਓ, ਮਾਈਨਸ ਵਾਲੇ ਇਕੱਠੇ ਕਰ ਲਓ। 125 ਚ 9 ਕਿੰਨੇ ਹੁੰਦੇ 134, -1 ਤੇ 2 ਕਿੰਨੇ ਹੁੰਦੇ ਆ 3, 8 3 11, 113 ਮਾਈਨਸ ਕਰਨਾ। ਸੋ 4 ਦੇ ਵਿੱਚੋਂ 3 ਗਏ 1, 13 ਚੋਂ 11 ਗਏ, ਕਿੰਨੇ ਆ ਗਏ 2। ਸਾਡਾ ਆਂਸਰ ਕਿੰਨਾ ਆ ਗਿਆ 21। ਸੋ ਫਸਟ ਆਪਸ਼ਨ ਜੋ ਹੈ ਸਾਡਾ ਆਂਸਰ। ਠੀਕ ਹੈ ਜੀ, ਲੱਗੀ ਗੱਲ ਸਮਝ। ਨੈਕਸਟ ਕੁਐਸਚਨ ਕਰਦੇ ਹਾਂ। ਅਗੇਨ ਪ੍ਰੋਫਿਟ ਐਂਡ ਲਾਸ ਵਾਲਾ ਕੁਐਸਚਨ ਹੈ। ਇਹ ਕੁਐਸਚਨ ਹੋਰ ਸ਼ਿਫਟ ਦੇ ਵਿੱਚ ਵੀ ਆਇਆ ਹੈ, ਲਾਸਟ ਵਾਲੀ ਵੀਡੀਓ 'ਚ ਵੀ ਸੋਲਵ ਕੀਤਾ ਸੀ ਕਿ ਅਮਿਤ ਨੇ 2 ਮੋਬਾਈਲ ਫੋਨ ਵੇਚੇ ਹੈ 900 ਰੁਪਏ ਦੇ ਈਚ। ਸੋ ਸੈਲਿੰਗ ਪ੍ਰਾਈਸ 1 ਜਿਹੜਾ ਵਾ ਉਹ 900 ਰੁਪੀਜ਼ ਹੈ, ਸੈਲਿੰਗ ਪ੍ਰਾਈਸ 2 ਜੋ ਹੈ ਉਹ ਵੀ 900 ਰੁਪੀਜ਼ ਹੈ। ਠੀਕ ਹੈ ਜੀ।
ਕਹਿੰਦਾ ਇੱਕ ਤੇ ਉਹਨੇ ਪ੍ਰੋਫਿਟ ਕਮਾਇਆ ਵਾ, ਇਹਦਾ ਮਤਲਬ ਕੀ ਹੈ ਕਿ ਜਿਹੜਾ ਕਾਸਟ ਪ੍ਰਾਈਸ ਹੈ ਉਹ 100% ਹੁੰਦਾ ਵਾ, ਉੱਤੇ ਅਗੇ 25% ਦਾ ਪ੍ਰੋਫਿਟ ਹੋ ਗਿਆ ਤਾਂ ਕਾਸਟ ਪ੍ਰਾਈਸ ਦਾ 125%, ਕਾਸਟ ਪ੍ਰਾਈਸ ਦਾ 125% ਜਿਹੜਾ ਵਾ ਉਹ ਕੀ ਹੈ 900 ਰੁਪਇਆ। 100% ਦਾ ਕਾਸਟ ਪ੍ਰਾਈਸ ਹੋ ਗਿਆ, 25 ਇਨਕਰੀਜ਼ ਕੀਤਾ 125%, 25% ਕੀ ਹੈ ਪ੍ਰੋਫਿਟ ਹੈ। ਸੋ 125% 900 ਦੇ ਬਰਾਬਰ ਹੈ। 125 ਨੂੰ ਅਸੀਂ ਕਿੱਦਾਂ ਲਿਖਦੇ ਹਾਂ, 125 ਨੂੰ ਅਸੀਂ ਲਿਖਦੇ ਹਾਂ 5/4, ਠੀਕ ਹੈ। ਸੋ ਫਰੈਕਸ਼ਨਸ ਯਾਦ ਹੋਣੀ ਚਾਹੀਦੀਆਂ। ਦੇਖੋ 125% ਦਾ ਨੀਚੇ ਕੀ ਆ ਗਿਆ 100, 25 ਦੇ ਟੇਬਲ 'ਚ ਇੱਥੇ 4 ਆਊਂਗਾ, ਇੱਥੇ ਕੀ ਆਊਂਗਾ 5, ਸੋ ਕਿੰਨਾ ਆ ਗਿਆ 5/4, ਠੀਕ ਹੈ। ਸੋ ਇੱਥੇ SP ਬਟਾ 900 ਨਹੀਂ ਹੈਗਾ, ਇੱਥੇ ਬੇਸਿਕਲੀ ਕੀ ਹੈ ਇਹ ਇੱਦਾਂ ਲਿਖ ਲੈਂਦੇ SP ਹੈ ਉਹਦੀ ਵੈਲਿਊ 900 ਹੈ, ਪਹਿਲੇ ਵਾਲੇ SP ਦੀ ਵੈਲਿਊ ਕਿੰਨੀ 900। ਸੋ 9 ਨੂੰ ਇਹਨਾਂ ਕਟਿੰਗ ਕਰਾਂਗੇ, ਸੋ ਮੇਰੇ ਕੋਲ ਕਿੰਨਾ ਆਂਸਰ ਆਊਂਗਾ, ਇੱਥੇ ਆ ਜਾਊਗਾ 180। 180 ਨੂੰ 4 ਨਾਲ ਮਲਟੀਪਲਾਈ ਕਰਾਂਗੇ, ਸੋ ਕਿਸੇ ਵੀ ਨੰਬਰ ਨੂੰ 4 ਨਾਲ ਮਲਟੀਪਲਾਈ ਕਰਨਾ ਹੋਵੇ 2 ਵਾਰ ਡਬਲ ਕਰ ਦਿਓ। 18 ਡਬਲ ਕਿੰਨਾ ਹੁੰਦਾ 36, 36 ਦਾ ਡਬਲ ਕਿੰਨਾ ਹੁੰਦਾ 72, 0 ਪਿੱਛੇ ਲਗਾ ਦਿਓ। ਸੋ ਪਹਿਲਾ ਕਾਸਟ ਪ੍ਰਾਈਸ ਜਿਹੜਾ 1 ਹੈ ਉਹ 1720 ਹੈ। ਅਸੀਂ ਦੱਸਣਾ ਕੀ ਹੈ ਟੋਟਲ ਕਾਸਟ ਪ੍ਰਾਈਸ ਕਿੰਨਾ ਵਾ ਦੋਨਾਂ ਦਾ ਮਿਲਾ ਕੇ। ਇੱਕ ਕਾਸਟ ਪ੍ਰਾਈਸ ਆ ਗਿਆ 720। ਹੁਣ ਦੇਖੋ ਕਾਸਟ ਪ੍ਰਾਈਸ 2 ਦੀ ਗੱਲ ਕਰਾਂਗੇ, ਇੱਥੇ ਕੀ ਹੋਇਆ ਸਾਨੂੰ, ਇੱਥੇ ਹੋ ਗਿਆ ਸਾਨੂੰ ਲਾਸ। ਕਿੰਨਾ ਲਾਸ ਹੋਇਆ 28%, ਮਤਲਬ 100 ਰੁਪਏ ਦੀ ਚੀਜ਼ ਹੈਗੀ ਹੈ ਜਿਹੜੀ ਉਹ ਅਗਰ ਮੈਂ 72 ਰੁਪਏ ਦੀ 72 ਰੁਪੀਜ਼ ਦੀ ਵੇਚ ਦੇਵਾਂ ਤਾਂ 28% ਦਾ ਲਾਸ ਹੁੰਦਾ ਵਾ। ਸੋ 72% ਨੂੰ ਇਹਦਾ ਮਤਲਬ ਕਾਸਟ ਪ੍ਰਾਈਸ ਦਾ 72% ਪੈਸਾ ਹੀ ਵਾਪਸ ਆਇਆ, ਬਾਕੀ 28% ਕੀ ਹੋ ਗਿਆ ਲਾਸ। ਸੋ 72% ਕਿਉਂਕਿ 72 4 ਦੇ ਟੇਬਲ 'ਚ ਆਉਂਦਾ ਵਾ, ਅਸੀਂ ਕੀ ਕਰਦੇ ਹਾਂ 100 ਨੂੰ ਜਦੋਂ ਵੀ 4 ਨਾਲ ਕੱਟ ਕਰਾਂਗੇ ਤਾਂ 25 ਆਊਂਗਾ, ਠੀਕ ਹੈ ਜੀ। ਇੱਥੇ ਕੀ ਆਊਂਗਾ ਸਾਡੇ ਕੋਲ 18, ਸਾਡੇ ਕੋਲ ਫਰੈਕਸ਼ਨ ਜਿਹੜੀ ਬਣਦੀ ਹੈ ਉਹ ਬਣਦੀ ਹੈ 18/25 ਜੋ ਕਿ ਕਿਹਦੇ ਬਰਾਬਰ ਹੁੰਦੀ ਹੈ 900 ਦੇ। ਹੁਣ 18 ਦੇ ਕਿਹੜੇ ਟੇਬਲ 'ਚ 90 ਆਉਂਦਾ ਵਾ 5, ਇੱਥੇ ਕੀ ਆ ਗਿਆ 50। ਸੋ ਕਾਸਟ ਪ੍ਰਾਈਸ 2 ਕਿੰਨਾ ਹੋ ਗਿਆ ਸਾਡੇ ਕੋਲ 25 × 5 ਹੁੰਦਾ ਵਾ 125, ਪਿੱਛੇ ਆ ਗਿਆ 0। ਇੱਕ ਕਾਸਟ ਪ੍ਰਾਈਸ ਆ ਗਿਆ 1250, ਇੱਕ ਕਾਸਟ ਪ੍ਰਾਈਸ ਸਾਡੇ ਕੋਲ ਆ ਗਿਆ 1250, ਇੱਕ ਕਾਸਟ ਪ੍ਰਾਈਸ ਸੀਗਾ 720। तो आंसर कितना हो गया साढ़े को 1970। 1970 जो है वो दोनों चीज़ों का कॉस्ट प्राइस है। ठीक है जी, ईजी क्वेश्चन सीगा। चलो नेक्स्ट क्वेश्चन देखते हैं। अ मैन सोल्ड अ स्वेटर फॉर ₹900 एट द लॉस ऑफ 10%। ठीक है, देखो अगर तुम मैथ्स अच्छे तरीके ਨਾਲ ਆਉਂਦੀ ਹੈ, अच्छी जगह तो तुम पढ़े हो, तो ਤੁਹਾਨੂੰ पता लग जाता कि अगर एक चीज़ ਨੂੰ 900 रुपए ਦਾ ਵੇਚੋ तो 10% ਦਾ लॉस ਹੋਇਆ ਵਾ, वो चीज़ 1000 रुपए ਦੀ ਆਉਂਦੀ ਹੈ। ठीक है, एक आप टेबल करवाने जिस आप की कहने हैं कि अगर कोई चीज़ 10 रुपए है, इनू 10% तो घटा दो तो 9 की हो जाती है। 20 वाली चीज़ अगर 10% घटाइए तो 18 की हो जाती है। 30 वाली चीज़ अगर 10% तो घटाइए तो 27 हो जाती है। सो किसी भी नंबर को जो मैं 10% तो घटाना वा तो 9 का टेबल स्टार्ट हो जाता। इत्थे तो ऑलरेडी 9 के टेबल च की है 9 ही है। ठीक है, सो 9 के कोरस्पोंडिंग वैल्यू कितनी है 10। 9 के कोरस्पोंडिंग वैल्यू अगर 10 है तो 900 के कोरस्पोंडिंग किहड़ी होगी 1000। तो तुहानूं की कह रहे हैं 1000 वाली चीज़ नूं जो 10% लॉस से बेचांगे तो 900 आऊँगा। ठीक है जी, सो मेरे को जिहड़ा पहला इत्थे कॉस्ट प्राइस आया वा कितना आया वा, कॉस्ट प्राइस कितना आया 1000 रुपये आया। पहले चीज़ का कॉस्ट प्राइस कितना वा 1000 रुपया। कहता ही ऑल्सो सोल्ड द ट्राउजर फॉर ₹750 एट द प्रॉफिट ऑफ 20%। इसका मतलब की है कि कॉस्ट प्राइस से अगर 20% का प्रॉफिट हो तो 120% हो जाता। 120% आप लिखते हैं 6/5। तो कॉस्ट प्राइस का 6/5 जो है वो साढ़े को है 750। अभी कॉस्ट प्राइस निकालना, एक कॉस्ट प्राइस का 1000 आ गया, दूसरा कॉस्ट प्राइस कितना वा 6 के टेबल च कटिंग करांगे 6 1 जा 6 बचा कितना 1 ते 5 15 2 जा की होंदा 12 बचा 30 6 5 जा 30। तो 5 नूं 125 ना करांगे तो 625 आ जाऊंगा। सो मेरे को कॉस्ट प्राइस टुगैदर कितना आ गया 1000 एक है, 625 एक है, आ गया 1625। सैलिंग प्राइस कितना वा देखो, एक चीज़ नूं 900 की बेचिया वा, एक नूं 750 की बेचिया वा, 1650। 1625 की खरीद के 1650 की बेचती, प्रॉफिट कितना हो गया साढ़े को 25 रुपए। ठीक है जी, अगेन ईजी क्वेश्चन है सैट दे। ठीक है जी, चलो सिंपल परसेंटेजिज अगर तुहानूं आंदियां वा तो प्रॉफिट एंड लॉस जिहड़ा वा वो फटाफट हो जाता वा। ठीक है, नेक्स्ट क्वेश्चन है साढ़े को एलिगेशन वाला। 2 टाइप्स ऑफ शुगर प्राइस ₹40 पर kg एंड ₹45 पर kg। एलिगेशन लगावांगे, एक वैरायटी शुगर की साढ़े को ₹40 पर kg दी है, एक है ₹45 पर kg दी। कहता इनू मिक्स किया कि रेशो के 2:3 के मिक्स किया। असी दसना वा एवरेज की है रिजल्टिंग मिक्सचर का। ठीक है, सो अगर तो मैं एलिगेशन का कॉन्सैप्ट लवां फिर असी इदा निकालते हैं कि 45 - x की वैल्यू होंगी है 2 अपॉन x - 40 की वैल्यू होंगी 3। x - 40 की वैल्यू होंगी 3।
ਇਹਨੂੰ ਸੋਲਵ ਕਰਾਂਗੇ, x ਦੀ ਵੈਲਿਊ ਨਿਕਾਲਾਂਗੇ, ਤੁਹਾਡਾ ਆਨਸਰ ਆ ਜਾਊਗਾ। ਇਹ ਇੱਕ ਤਰੀਕਾ ਜਿਹੜਾ ਨਾਰਮਲੀ ਐਲੀਗੇਸ਼ਨ ਲੋਕੀ ਲਗਾਉਂਦੇ ਆ। ਇਹ ਤੋਂ ਵੀ ਈਜ਼ੀ ਤਰੀਕਾ ਹੁੰਦਾ ਵਾ, ਖਾਸ ਕਰ ਜਦੋਂ ਵੇਟਡ ਐਵਰੇਜ, ਜਦੋਂ ਇਨ ਬਿਟਵੀਨ ਐਵਰੇਜ ਨਿਕਾਲਣੀ ਹੋਵੇ ਤਾਂ, ਠੀਕ ਹੈ। ਇਹਨੂੰ ਆਪਾਂ ਰਬ ਕਰ ਦਿੰਦੇ, ਉਹੀ ਤਰੀਕਾ ਦੇਖਦੇ ਕੀ ਹੈ। ਧਿਆਨ ਨਾਲ ਦੇਖੋ, ਮੈਂ ਕੀ ਦੇਖਣਾ ਵਾ ਕਿ ਇੱਥੇ ਸਾਡੇ ਕੋਲ ਰੇਂਜ ਕਿੰਨੀ ਹੈ, 40 ਤੋਂ 50 ਦੀ ਰੇਂਜ, 40 ਤੋਂ 45 ਦੀ ਰੇਂਜ, ਇਹਦਾ ਮਤਲਬ 5 ਪੁਆਇੰਟਸ ਦੀ ਰੇਂਜ ਹੈ। ਤੇ ਰੇਸ਼ੋ ਦੇ ਟੋਟਲ ਪੁਆਇੰਟਸ ਕਿੰਨੇ ਆ ਸਾਡੇ ਕੋਲ, 5 ਪੁਆਇੰਟਸ ਹੀ ਹੈ ਟੋਟਲ ਰੇਸ਼ੋ ਦੇ। ਹੁਣ ਤੁਸੀਂ ਕੀ ਕਰਨਾ ਹੁੰਦਾ, ਆਪਾਂ ਕ੍ਰੋਸ 'ਚ ਦੇਖਣਾ ਹੁੰਦਾ, ਜਾਂ ਤਾਂ 45 ਦੇ ਵਿੱਚੋਂ ਇਹ 2 ਪੁਆਇੰਟ ਘਟਾ ਦਿਓ, ਜਾਂ 40 ਦੇ ਵਿੱਚੋਂ ਇਹ 3 ਪੁਆਇੰਟ ਐਡ ਕਰ ਦਿਓ। ਕਿਉਂ ਇੱਦਾਂ ਕੀਤਾ, ਕਿਉਂਕਿ ਸਾਡੇ ਕੋਲ ਰੇਂਜ ਵੀ 5 ਨੰਬਰ ਦੀ ਸੀਗੀ ਤੇ ਇਹ ਰੇਸ਼ੋ ਦੇ ਪੁਆਇੰਟਸ ਵੀ 5 ਹੀ ਸੀਗੇ। ਸੋ ਮੈਂ ਕਹਿ ਸਕਦਾ ਕਿ ਰੇਸ਼ੋ ਦੇ 5 ਪੁਆਇੰਟਸ ਜਿਹੜੇ ਆ ਉਹ 5 ਨੰਬਰ ਦੇ ਬਰਾਬਰ ਹੈ, 1 ਪੁਆਇੰਟ 1 ਨੰਬਰ ਦੇ ਬਰਾਬਰ ਹੋਊਗਾ। ਅਗਰ ਇੱਕ ਨੰਬਰ 1 ਪੁਆਇੰਟ ਦੇ ਬਰਾਬਰ ਹੈ ਤਾਂ ਮੈਂ ਕੀ ਕਰੂੰਗਾ, ਵੱਡੇ ਵਾਲੇ ਨੰਬਰ 'ਚੋਂ ਤਾਂ ਘੱਟ ਸਬਟਰੈਕਟ ਕਰਾਂਗੇ, ਕਿਉਂਕਿ ਇਹਨਾਂ ਦੀ ਐਵਰੇਜ ਆਉਂਦੀ ਇਨ ਬਿਟਵੀਨ ਆਉਂਦੀ 40 ਤੋਂ 45 ਦੇ ਵਿੱਚ। ਸੋ ਵੱਡੇ ਨੰਬਰ ਤੋਂ ਅਗਰ ਮੈਂ ਸਬਟਰੈਕਟ ਕਰੂੰਗਾ ਤਾਂ ਕ੍ਰੋਸ ਦੇ ਵਿੱਚ ਕਰਾਂਗੇ, 2 ਸਬਟਰੈਕਟ ਕਰੋ, 45 'ਚੋਂ 2 ਘਟਾਏ ਤਾਂ ਕਿੰਨੇ ਹੁੰਦੇ, 43। ਸਿਮਿਲਰਲੀ 40 'ਚ 3 ਐਡ ਕਰ ਤਾਂ ਵੀ 43, x ਦੀ ਵੈਲਿਊ 43 ਹੈ, ਠੀਕ ਹੈ ਜੀ। ਸੋ ਸਾਡਾ ਆਨਸਰ ਕੀ ਹੈ, C, ਠੀਕ ਹੈ ਜੀ। ਸੋ ਇਹ ਇੱਕ ਈਜ਼ੀ ਤਰੀਕਾ ਵਾ, ਖਾਸ ਕਰ ਜਦੋਂ ਵੇਟਡ ਐਵਰੇਜ ਨਿਕਾਲਣੀ ਹੋਵੇ ਤਾਂ, ਠੀਕ ਹੈ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਸੋ ਸਕਸੈਸਿਵ ਵਾਲਾ ਅਗੇਨ ਇੱਕ ਕੁਐਸਚਨ ਆ ਗਿਆ ਕਿ ਅਮਿਤ ਦੀ 2019 'ਚ ਜੋ ਪੇ ਸੀਗੀ, ਇਨਕਮ ਸੀਗੀ 26,200 ਸੀ। ਹੀ ਗੈਟਸ ਅ ਇੰਕਰੀਮੈਂਟ ਆਫ 20% ਐਵਰੀ ਈਅਰ। ਵਟ ਵਾਜ਼ ਹਿਜ਼ ਇਨਕਮ ਇਨ 2021, ਠੀਕ ਹੈ ਜੀ। ਸੋ ਅਸੀਂ ਕੀ ਦੇਖਣਾ ਵਾ ਕਿ ਇੱਥੇ ਪਹਿਲਾਂ 10% ਵੱਧ ਰਿਹਾ ਸੀ, ਹੁਣ 20% ਵੱਧ ਰਿਹਾ ਵਾ। ਜਦੋਂ 2 ਵਾਰ ਸਕਸੈਸਿਵਲੀ 20% ਇਨਕਰੀਜ਼ ਹੁੰਦਾ ਵਾ, ਐਕਚੁਅਲ ਦੇ ਵਿੱਚ 44% ਇਨਕਰੀਜ਼ ਹੁੰਦਾ ਵਾ, ਠੀਕ ਹੈ। ਸਟੂਡੈਂਟਸ ਨੂੰ ਯਾਦ ਹੁੰਦਾ ਵਾ। ਸੋ ਇਹਦਾ 44% ਇਨਕਰੀਜ਼ ਕਰਨਾ ਬੇਸਿਕਲੀ, ਜਾਂ ਮੈਂ ਕੀ ਕਰੂੰਗਾ 20% 2 ਵਾਰ ਇਨਕਰੀਜ਼ ਕਰ ਦੂੰਗਾ। ਸੋ 26,200 ਦਾ 10% ਕਿੰਨਾ ਹੁੰਦਾ ਵਾ, 2620, 2620। ਸੋ 2620 ਦਾ 10% ਮੈਂ 20% ਨਿਕਾਲਣਾ ਵਾ। 2600 ਡਬਲ ਹੋ ਗਿਆ 5200, 5200, 20 ਦਾ ਡਬਲ ਹੋ ਗਿਆ 40। ਸੋ 5240 ਸਾਡੇ ਕੋਲ 40, ਇੱਥੇ 4 ਹੈ 1, ਸੋ 3114। 1 ਸਾਲ ਤੋਂ ਬਾਅਦ 20% ਵਧਾਉਣ ਤੋਂ ਬਾਅਦ 31,440 ਜੋ ਹੈ ਸਾਡੇ ਕੋਲ ਇਨਕਮ ਹੋ ਜਾਂਦੀ ਹੈ, ਠੀਕ ਹੈ। ਹੁਣ ਅਗਲੇ ਸਾਲ ਫਿਰ 20% ਵਧੂਗਾ। ਸੋ 10% ਦੀ ਵੈਲਿਊ ਕਿੰਨੀ ਹੈ, 3144 ਜਾਂ 3144। 3100 ਡਬਲ ਕਿੰਨਾ ਹੁੰਦਾ, 6200। 44 ਡਬਲ ਹੁੰਦਾ 88। ਸੋ 6288 ਆਪਾਂ ਐਡ ਕਰ ਦਾਂਗੇ। ਇੱਥੇ ਆ ਗਿਆ 82773, 37728 ਜੋ ਹੈ 2 ਸਾਲ ਬਾਅਦ ਇਨਕਮ ਹੋਊਗੀ। ਮੈਂ ਡਾਇਰੈਕਟਲੀ ਇਹਦੇ ਵਿੱਚ 44% ਵੀ ਐਡ ਕਰ ਸਕਦਾ। 10% ਪਤਾ ਹੈ, 40 ਕਰ ਲਓ, ਫਿਰ 4 ਕਰ ਲਓ, ਠੀਕ ਹੈ ਜੀ। 40% ਹੈ, ਉਹ ਤੋਂ 1 ਡੈਸੀਮਲ ਘਟਾਵਾਂਗੇ ਤਾਂ 4 ਵੀ ਆ ਜਾਊਗਾ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। Salil's salary was first cut by 23% and later was increased by 16%. Again ਇਹ successive ਵਾਲਾ ਕੁਐਸਚਨ ਹੈ। ਸਕਸੈਸਿਵ 'ਚ ਕੀ ਹੁੰਦਾ, a + b + ab upon 100। ਇਹ ਫਾਰਮੂਲਾ ਲਗਾਉਂਦੇ ਆ। ਪਹਿਲਾਂ ਕੀ ਕੱਟ ਕੀਤੀ ਤਾਂ ਮੈਂ ਲਿਖੂੰਗਾ -23%, ਫਿਰ ਇਨਕਰੀਜ਼ ਹੋ ਗਈ ਕਿੰਨੀ 16%, ਪਲੱਸ ਮਾਈਨਸ ab ਨੂੰ ਮਲਟੀਪਲਾਈ ਕਰਨਾ ਹੈ। ਸੋ 16 ਨੂੰ ਜਦੋਂ ਮੈਂ 10 ਨਾਲ ਮਲਟੀਪਲਾਈ ਕਰੂੰਗਾ ਤਾਂ 160, 16 ਨੂੰ ਜਦੋਂ ਇੱਕ ਹੋਰ 10 ਨਾਲ ਮਲਟੀਪਲਾਈ ਕਰਾਂਗੇ ਤਾਂ 160, 16 ਨੂੰ 3 ਨਾਲ ਕਰਾਂਗੇ ਤਾਂ ਕਿੰਨਾ ਆਉਂਦਾ 48। ਸੋ ਸਾਡੇ ਕੋਲ ਕਿੰਨਾ ਆ ਗਿਆ 368 ਆ ਗਿਆ। ਸੋ ਇੱਥੇ ਆ ਗਿਆ 368 ਡਿਵਾਈਡ ਬਾਈ 100 ਆ ਤਾਂ ਮੈਂ ਲਿਖ ਦੂੰਗਾ 3.68, ਠੀਕ ਹੈ। ਹੁਣ ਇਹਦਾ ਆਨਸਰ ਕੀ ਆਊਗਾ, ਮਾਈਨਸ ਪਲੱਸ ਮਾਈਨਸ ਰਹੂੰਗਾ ਕਿਉਂਕਿ ਮਾਈਨਸ ਵਾਲਾ ਵੱਡਾ ਵਾ। ਸੋ ਕਿੰਨਾ ਆ ਗਿਆ 7 - 3.68। ਹੁਣ ਮਾਈਨਸ ਮਾਈਨਸ ਹੈ, ਦੋਨੋਂ ਸੇਮ ਸਾਈਨ ਹੈ, ਪਲੱਸ ਹੋ ਜਾਓਗੇ -10.68 ਜੋ ਹੈ ਸਾਡਾ ਆਨਸਰ ਹੈ, -10.68, ਠੀਕ ਹੈ ਜੀ। ਸਕਸੈਸਿਵ ਦਾ ਸਿੰਪਲ ਜਿਹਾ ਫੰਡਾ ਲੱਗਦਾ ਇਹਦੇ ਵਿੱਚ, ਆਨਸਰ ਆ ਜਾਂਦਾ, ਠੀਕ ਹੈ ਜੀ। ਚਲੋ ਨੈਕਸਟ ਦੇਖਦੇ ਹਾਂ। ਫਾਈਂਡ ਦ ਸਿੰਪਲ ਇੰਟਰਸਟ ਇਨ ਕਲੋਜ਼ੈਸਟ ਇੰਟੀਗਰਲ, ਠੀਕ ਹੈ। ਸੋ ਸਿੰਪਲ ਇੰਟਰਸਟ ਦੀ ਗੱਲ ਕਰ ਰਿਹਾ। SI ਕਿਹਦੇ ਬਰਾਬਰ ਹੁੰਦਾ ਵਾ, PRT upon 100। ਛੋਟੀ ਕਲਾਸਾਂ 'ਚ ਵੀ ਤੁਸੀਂ ਕੀਤਾ ਹੋਊਗਾ। ਸੋ ਪ੍ਰਿੰਸੀਪਲ ਹੈ ਸਾਡੇ ਕੋਲ 3000, ਰੇਟ ਆਫ ਇੰਟਰਸਟ ਜੋ ਹੈ 7% ਪਰ ਐਨਮ ਹੈ, ਪਰ ਈਅਰ ਦੀ ਗੱਲ ਕਰ ਰਹੇ ਆ, ਠੀਕ ਹੈ। ਹੁਣ ਇੱਥੇ ਕੀ ਯੂਜ਼ ਕਰਾਂਗੇ, ਟਾਈਮ ਇੱਥੇ ਈਅਰਸ ਦੇ ਵਿੱਚ ਯੂਜ਼ ਕਰਦੇ ਆ। ਪਰ ਉਹਨੇ ਮੈਨੂੰ ਕਿਹਾ ਵਾ ਕਿ ਅਸੀਂ ਦੱਸਣਾ ਵਾ 9 ਫੈਬ ਤੋਂ 10 ਅਪ੍ਰੈਲ 'ਚ ਕਿੰਨੇ ਦਿਨ ਬਣੇ ਆ, ਉਸ ਹਿਸਾਬ ਨਾਲ ਮੈਂ ਈਅਰ 'ਚ ਕਨਵਰਟ ਕਰੂੰਗਾ। ਦੇਖੋ 24 ਹੈ, ਲੀਪ ਈਅਰ ਹੈ। ਸੋ ਫੈਬ 'ਚ ਕਿੰਨੇ ਦਿਨ ਬਚ ਗਏ, 20 ਦਿਨ ਬਚ ਗਏ, ਟੋਟਲ 29 ਹੁੰਦੇ ਆ। ਮਾਰਚ ਦੇ ਵੀ 31 ਡੇਜ਼ ਹੁੰਦੇ ਆ। ਅਪ੍ਰੈਲ ਦੇ ਕਿੰਨੇ ਦਿਨ ਹੈ, 10 ਦਿਨ ਹੈ। ਸੋ ਅਗਰ ਮੈਂ ਇੱਥੇ ਕੈਲਕੂਲੇਟ ਕਰਾਂ 61 ਡੇਜ਼ ਹੈ। ਸੋ 61 ਡੇਜ਼ ਇਹਨੂੰ ਅਸੀਂ 366 ਨਾਲ ਡਿਵਾਈਡ ਕੀਤਾ, ਈਅਰਸ ਬਣ ਗਏ। ਹੁਣ 366 ਨਾਲ ਕਿਉਂ ਡਿਵਾਈਡ ਕੀਤਾ, ਕਿਉਂਕਿ ਇਹ ਲੀਪ ਈਅਰ ਵਾਲਾ ਈਅਰ ਹੈ, ਠੀਕ ਹੈ। ਹੁਣ ਇਹਦੀ ਕਟਿੰਗ ਕਰਾਂਗੇ ਤਾਂ ਇੱਥੇ 6 ਦੇ ਨਾਲ ਕਟਿੰਗ ਹੋ ਜਾਊਗੀ। 6 ਦੀ ਇੱਥੇ
6 5 ਦਾ 30 ਹੁੰਦਾ ਵਾ 2 0 ਆ ਗਏ ਇਹ 2 0 ਇੱਥੇ ਕੈਂਸਲ ਆਊਟ ਹੋ ਜਾਣਗੇ ਸਾਡਾ ਆਨਸਰ ਆ ਜਾਊਗਾ 35%। ਇਹ ਆਨਸਰ ਆ ਜਾਊਗਾ 35%। ਠੀਕ ਹੈ ਜੀ ਅਪਰੋਕਸੀਮੇਟ ਨਹੀਂ ਆ ਰਿਹਾ ਐਗਜ਼ੈਕਟ ਆਨਸਰ ਆ ਰਿਹਾ ਵਾ। ਠੀਕ ਹੈ ਇਹਨੇ ਹਾਲਾਂਕਿ ਲਿਖਿਆ ਵਾ ਕਲੋਜ਼ੈਸਟ इंटीग्रल लिखना वा पर साडा आंसर जो है एग्जैक्ट आ रहा वा। ठीक है चलो नेक्स्ट एवरेज ऑफ 7 नंबर इज 45 इफ ईच नंबर इज इंक्रीज्ड बाय 5 द आंसर विल बी सो बेसिकली दा मतलब हुंदा कि अगर तुहाडे 7 सब्जैक्ट्स दे विच 49% है तो हर सब्जैक्ट दे विच अगर 5 मार्क्स वध गए तो तुहाडी परसेंटेज भी एवरेज हुंदी है वो भी 5 तो वध जाती है 49 + 5 इज 54 बस इन्ना ही है क्वेश्चन। ठीक है जी एवरेज ਦੇ ਵਿੱਚ ਕੀ ਹੁੰਦਾ ਆਬਜ਼ਰਵੇਸ਼ਨਸ ਦੇ ਵਿੱਚ ਜਿਹੜੀ ਚੇਂजेस ਆਉਂਦੇ ਆ ਐਵਰੇਜ 'ਚ ਵੀ ਉਹੀ ਚੇਂਜ ਆਉਂਦਾ ਵਾ। ਇਹਦੇ ਵਿੱਚ ਸਾਰੀਆਂ ਆਬਜ਼ਰਵੇਸ਼ਨ ਦੇ ਵਿੱਚ 5 ਐਡ ਕੀਤਾ ਐਵਰੇਜ 'ਚ ਵੀ 5 ਐਡ ਹੋ ਜਾਊਗਾ ਸਾਡਾ ਆਨਸਰ ਕਿੰਨਾ ਆਊਗਾ 54 ਆਊਗਾ। ਨੈਕਸਟ ਕੁਐਸਚਨ ਜੋ ਹੈ ਉਹ ਸਿੰਪਲੀਫਿਕੇਸ਼ਨ ਦਾ ਕੁਐਸਚਨ ਹੈ ਸੋ ਅਸੀਂ ਦੇਖਦੇ ਹਾਂ ਇਹਨੂੰ ਕਿੱਦਾਂ ਲਿਖਿਆ ਜਾ ਸਕਦਾ ਵਾ। ਦੇਖੋ 64 ਹੁੰਦਾ ਵਾ 2 ਦੀ ਪਾਵਰ 6 ਸੋ 2 ਦੀ ਪਾਵਰ ਲਿਖ ਦਿਓ 6 ਇਹ ਮਲਟੀਪਲੀਕੇਸ਼ਨ ਦੇ ਵਿੱਚ ਹੈ ਸੋ ਬੇਸਿਕਲੀ 7 ਦੀ ਪਾਵਰ -5 ਨੂੰ ਆਪਾਂ ਲਿਖ ਸਕਦੇ 7 ਦੀ ਪਾਵਰ 5। ठीक है माइनस साइन हटाना सो मैं लिखता 7 की पावर 5। अगे मल्टीप्लीकेशन देखो 64 ਨੂੰ 2 ਨਾਲ मल्टीप्लाई करांगे तो 128 आ जाऊंगा सो इत्थे होऊगा 2 की पावर 7 128 की जगह लिखांगे 2 की पावर 7 डिवाइडेड बाय उन्हें डिवीजन लिखी हुई है 2 की पावर 19 इंटू हुण देखो 49 7 का स्क्वेयर होंदा मैं तो लिख सकता कि 7 का स्क्वेयर एदी पावर -3 सो 7 की पावर कितनी आ गई -6 तो जी इत्थे 7 की पावर -6 लिखनी है मैं ऊपर लिख सकता कि 7 की पावर 6 है। ठीक है जी ये अगे आ गया 7 की पावर x। अच्छा पहला ब्रैकेट सॉल्व होनी है 1 मिनट रुको ठीक है ठीक है सो अगर मैं इनू देखा ध्यान नाल ते साढ़े को की आंसर आऊँगा होर तो कोई नंबर नहीं रह गया एक नंबर है हो गया एक नीचे लिखता एक हो गया एक आ गया चलो ठीक है सो हुण असीं देखिए 9 की पावर 2 की पावर कितनी है 19 है साढ़े को 2 की पावर कितनी है 19 सो इत्थे मेरे को की आ रहा वा 2 की पावर 17 ओके ओके एक गलती की कर ली आपां इत्थे स्क्वेयर भी लिखिया होया वा इत्थे की है स्क्वेयर भी लिखिया होया सो स्क्वेयर जदों मैं करूँगा इन्हां दोनों नूं तो साडी वैल्यू की आऊँगी 2 की पावर 12 अपॉन 7 की पावर 10 ठीक है स्क्वेयर भुल गए सीगे तां ही आंसर नहीं बनता पिया सीगा तो 2 की पावर 7 इंटू 7 की पावर 6 अपॉन 2 की पावर 19 तो देखो 2 की पावर 12 तो 2 की पावर 7 बेसिस सेम हो तो पावर ऐड हो जाती पावर 12 7 कितना होंदा 19 ये 19 नाल कैंसल हो जाऊंगा साढ़े को ठीक है इत्थे की है 7 की पावर 6 तो 7 की पावर 10 डिवीजन च है कटिंग करके की है ना 7 की पावर -4 यह 7 की पावर एक्स के बराबर अगर बेस सेम हो तो जो पावर्स है वो इक्वल हो जाती सो एक्स की वैल्यू कितनी आ गई -4 मेरा आंसर की है 2 है ठीक है जी सो असी की कर रहे थे स्क्वेयर नूं काउंट नहीं किया इस वजह तो आंसर नहीं आ रहा जी। चलो नैक्सट क्वेश्चन देखते हैं A/B 7:9 अच्छा इजी क्वेश्चन है कि A/B B/C A/B 7:9 एंड B/C इज 15:7 A/B/C निकालना है सो मैं की करना इस केस दे जो इत्थे नंबर लिखिया होंदा वा इत्थे लिख दो जो इत्थे नंबर लिखिया होंदा वा उन्होंने आपां इत्थे लिख देने हुण वर्टिकली मल्टीप्लाई करते हैं देखो वर्टिकली मल्टीप्लाई दे विच रेशो ही हुंदी है जिहड़ी सब तो शॉर्टेस्ट फॉर्म च होवे जदों मैं इन्हां नूं मल्टीप्लाई करांगा तिन्नां दे विच 3 आ रहा वा मल्टीपल इत्थे भी 3 इत्थे भी 3 इत्थे भी 3 सो तुसीं 3 नाल कटिंग कर दो इत्थे की आ जाऊंगा 5 इत्थे की आ जाऊंगा 3 इत्थे की आ जाऊंगा 3 7 5 35 15 3 45 एंड 7 3 21 सो 35 45 21 जो है साडा आंसर है देखो तुसीं मल्टीप्लाई करके बाद चो भी 3 नाल कैंसल कर सकते हो रेशो हुंदी है स्मॉलेस्ट फॉर्म दे विच इंटीजर दा कंपैरिजन ठीक है जी। चलो नैक्सट क्वेश्चन देखते हैं A shopkeeper marks the article at rupees X and offers a discount of 20% on it. He sells it for rupees 474 after charging the VAT of 25%. So basically ਇਹਦਾ मतलब ਕੀ ਹੈ ਕਿ ਉਹਨੇ ਪਹਿਲਾਂ डिस्काउंट ਦੇ ਦਿੱਤਾ 20% ਦਾ ठीक है साढ़े सक्सेसिव वाला ही कॉन्सैप्ट लगना ਇਹਦੇ ਵਿੱਚ ਵੀ
ਪਹਿਲਾਂ ਉਹਨੇ ਤੁਹਾਨੂੰ ਕੀ ਕੀਤਾ, ਡਿਸਕਾਊਂਟ ਦਿੱਤਾ 20% ਦਾ, ਫਿਰ ਨਾਲ ਹੀ ਵੈਟ ਲਗਾਤਾ। ਵੈਟ ਜੋ ਹੈ ਡਿਸਕਾਊਂਟ ਹੋਣ ਤੋਂ ਬਾਅਦ ਜੋ ਅਮਾਊਂਟ ਆਂਦਾ ਉੱਤੇ, ਇਹਨੂੰ ਆਪਾਂ ਕਹਿੰਦੇ ਸਕਸੈਸਿਵ। ਸੋ ਆਹ ਚੀਜ਼ ਲਗਾਈ। ਹੁਣ ਇੱਥੇ ਪਲੱਸ ਮਾਈਨਸ ਕੀ ਹੁੰਦਾ ਵਾ, ਮਾਈਨਸ। ਪਲੱਸ ਮਾਈਨਸ ਕੀ ਹੁੰਦਾ, ਮਾਈਨਸ। 25 × 2 ਕਿੰਨਾ ਹੁੰਦਾ ਵਾ, 25 × 2 50, ਤੇ ਨਾਲ ਇਹ ਚੀਜ਼ ਆ ਗਈ ਮੇਰੇ ਕੋਲ ਇੱਥੇ 0 ਨਾਲ 0 ਕੈਂਸਲ ਹੋ ਗਿਆ। ਸੋ ਇੱਥੇ ਕੀ ਹੈਗਾ, ਮਾਈਨਸ ਹੈ ਵੀ ਮਾਈਨਸ, -25 + 25। ਇਹਦਾ ਮਤਲਬ ਕੀ ਹੈ ਕਿ ਜਦੋਂ ਡਿਸਕਾਊਂਟ ਦੇ ਕੇ ਵੈਟ ਲਗਾਇਆ, ਅਸੀਂ ਉੱਥੇ ਹੀ ਆ ਗਏ MRP ਦੇ ਵਿੱਚ। MRP ਦੇ ਉੱਤੇ ਪਹਿਲਾਂ ਕੀ ਹੈ, ਡਿਸਕਾਊਂਟ ਕੀਤਾ ਉਹਨੇ, ਫਿਰ ਉਹਨੇ ਕੀ ਹੈ, ਵੈਟ ਚਾਰਜ ਕਰਤਾ। ਉਹ ਵੈਟ ਚਾਰਜ ਕਰਨ ਤੋਂ ਬਾਅਦ ਉੱਥੇ ਹੀ ਆ ਗਏ ਜਿੱਥੇ ਪ੍ਰਾਈਸ ਸੀਗਾ ਪਹਿਲਾਂ। ਸੋ ਅਗਰ ਪ੍ਰਾਈਸ ਹੈ 474 ਸੀਗਾ, ਤੇ ਲਾਸਟ ਦੇ ਵਿੱਚ ਉਹਨੇ ਵੇਚਿਆ ਵੀ 474 ਦਾ। ਠੀਕ ਹੈ ਜੀ, ਸਮਝ ਗਏ। ਡਿਸਕਾਊਂਟ ਜ਼ਰੂਰ ਦਿੱਤਾ, ਪਰ ਬਾਅਦ 'ਚ ਉਹਨੇ ਵੈਟ ਲਗਾਤਾ। ਵੈਟ ਲਗਾਉਣ ਨਾਲ ਜੋ ਪ੍ਰਾਈਸ ਸੀ ਉੱਥੇ ਹੀ ਆ ਗਏ ਜਿੱਥੇ ਪਹਿਲਾਂ ਡਿਸਕਾਊਂਟ ਦੇ ਰਹੇ ਸੀਗੇ। ਠੀਕ ਹੈ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। A and B ਕੰਪਲੀਟ ਦਾ ਵਰਕ ਇਨ 12 ਡੇਜ਼। A ਤੇ B ਮਿਲ ਕੇ ਕਿਸੇ ਕੰਮ ਨੂੰ 12 ਦਿਨਾਂ 'ਚ ਕਰਦੇ ਆ। A alone can do it in 30 days। A ਇਕੱਲਾ ਉਸ ਕੰਮ ਨੂੰ 30 ਦਿਨਾਂ 'ਚ ਕਰੂੰਗਾ। B ਕਿੰਨੇ ਦਿਨ 'ਚ ਕਰੂੰਗਾ। ਸੋ ਅਸੀਂ ਕੀ ਕਰਦੇ ਹਾਂ, ਇਹਦਾ ਐਲਸੀਐਮ ਲਵਾਂਗੇ। ਸੋ ਐਲਸੀਐਮ ਸਾਡੇ ਕੋਲ ਆਊਗਾ 60। ਇਹ ਹੁੰਦਾ ਵਾ ਟੋਟਲ ਯੂਨਿਟਸ, ਕਿੰਨਾ ਵਰਕ ਹੈ ਉੱਤੇ ਡਿਪੈਂਡ ਕਰਦਾ। ਹੁਣ ਐਲਸੀਐਮ ਕਿੱਦਾਂ ਨਿਕਾਲਿਆ, ਦੋਨਾਂ 'ਚ ਸਭ ਤੋਂ ਵੱਡਾ ਨੰਬਰ ਹੁੰਦਾ ਉਹ ਐਲਸੀਐਮ ਹੁੰਦਾ ਵਾ। ਤਦ ਅਗਰ ਇਹਦੇ ਨਾਲ ਛੋਟਾ ਨੰਬਰ ਡਿਵਾਈਡ ਹੋ ਜਾਏ, ਸੋ 30 ਨਾਲ 12 ਤਾਂ ਡਿਵਾਈਡ ਨਹੀਂ ਹੋ ਰਿਹਾ, ਸੋ ਮੈਂ 30 ਦਾ ਨੈਕਸਟ ਮਲਟੀਪਲ ਚੈੱਕ ਕਰੂੰਗਾ, ਕੀ ਹੈ 60। 60 ਨਾਲ 12 ਡਿਵਾਈਡ ਹੋ ਰਿਹਾ, ਇਸ ਲਈ 60 ਜੋ ਹੈ ਸਾਡਾ ਐਲਸੀਐਮ ਆ ਗਿਆ ਸੀ। ਠੀਕ ਹੈ ਜੀ, ਹੁਣ ਦੇਖੋ। ਸੋ 12 ਜੋ ਹੈ, ਜਿਹੜਾ ਪਰਸਨ 12 ਡੇਜ਼ 'ਚ ਕੰਮ ਕਰਦਾ ਹੈ, ਉਹਨੇ 60 ਯੂਨਿਟ ਕੰਮ ਕਰਨਾ। ਰੋਜ਼ ਦੇ ਕੰਮ ਕਿੰਨਾ ਕਰੂੰਗਾ, 5। 12 5 × 60। 30 ਰੋਜ਼ ਦੇ 2 ਕਰੂੰਗਾ ਤਾਂ 60 ਹੋ ਜਾਊਗਾ। ਹੁਣ ਦੇਖੋ ਇੱਥੇ ਜੋ ਮੈਂ 5 ਤੇ 2 ਲਿਖਿਆ ਵਾ, ਇਹ ਪਰ ਡੇ ਕਿੰਨੇ ਕਿੰਨੇ ਯੂਨਿਟਸ ਬਣ ਰਹੇ ਆ, ਉਹ ਚੀਜ਼ ਹੁੰਦੀ ਹੈ, ਇਹਨੂੰ ਆਪਾਂ ਕਹਿੰਦੇ ਐਫੀਸ਼ੀਐਂਸੀ। ਸੋ AB ਦੀ ਐਫੀਸ਼ੀਐਂਸੀ 5 ਦੀ ਹੈ, A ਦੀ ਐਫੀਸ਼ੀਐਂਸੀ 2 ਦੀ ਹੈ। ਸੋ AB ਦੀ ਐਫੀਸ਼ੀਐਂਸੀ 5 ਦੀ ਹੈ, A ਦੀ 2 ਦੀ ਹੈ, ਤਾਂ B ਦੀ ਐਫੀਸ਼ੀਐਂਸੀ ਕਿੰਨੀ ਹੋਊਗੀ, 3 ਦੀ। ਸੋ ਇਹਨੇ ਉਹ ਪੁੱਛ ਰਿਹਾ ਕਿ ਅਗਰ B ਇਕੱਲਾ ਕੰਮ ਕਰੂੰਗਾ ਤਾਂ ਕਿੰਨੇ ਦਿਨਾਂ 'ਚ ਕਰੂੰਗਾ। ਸੋ B ਨੇ 60 ਯੂਨਿਟ ਕੰਮ ਕਰਨਾ, ਰੋਜ਼ ਦੇ 3 ਯੂਨਿਟ ਕੰਮ ਕਰਦਾ ਵਾ। ਸੋ ਕਿੰਨੇ ਦਿਨ ਲੱਗੂਗੇ, 20 ਡੇਜ਼ ਲੱਗੂਗੇ। ਕਿੰਨੇ ਦਿਨ ਲੱਗੂਗੇ, 20 ਡੇਜ਼ ਲੱਗੂਗੇ। ਸਾਡਾ ਆਂਸਰ ਕੀ ਹੈ, 20। ਠੀਕ ਹੈ ਜੀ, ਅਗੇਨ ਈਜ਼ੀ ਕੁਐਸਚਨ ਹੈ ਟਾਈਮ ਐਂਡ ਵਰਕ ਤੋਂ। ਅਗੇਨ ਇੱਕ ਟਾਈਮ ਐਂਡ ਵਰਕ ਦਾ ਕੁਐਸਚਨ ਹੈ ਕਿ ਮੋਹਨ ਕੈਨ ਡੂ ਦਾ ਵਰਕ ਇਨ 9 ਆਵਰਸ, ਪ੍ਰਮੋਦ ਕੈਨ ਡੂ ਇਟ ਇਨ 21 ਆਵਰਸ, ਐਂਡ ਵਿਦ ਦਾ ਹੈਲਪ ਆਫ ਆਸ਼ੀਸ਼ ਦਾ ਮਤਲਬ ਹੁੰਦਾ ਕਿ ਮੋਹਨ, ਪ੍ਰਮੋਦ ਤੇ ਆਸ਼ੀਸ਼ ਤਿੰਨੋਂ ਜਣੇ ਮਿਲ ਕੇ ਇਸ ਕੰਮ ਨੂੰ ਕਰੂੰਗੇ 6 ਆਵਰਸ ਦੇ ਵਿੱਚ। ਮੈਂ ਕੀ ਕਰੂੰਗਾ, ਇਹਦਾ ਐਲਸੀਐਮ ਲਾਉਂਗਾ। ਹੁਣ ਇਹਦਾ ਐਲਸੀਐਮ ਕਿੱਦਾਂ ਨਿਕਾਲਾਂਗੇ, ਦੇਖੋ ਇਹ 9 ਨੂੰ ਮੈਂ ਕਿੱਦਾਂ ਲਿਖ ਸਕਦਾ ਵਾਂ, 3 × 3। 21 ਨੂੰ ਕਿੱਦਾਂ ਲਿਖ ਸਕਦੇ ਹਾਂ, 21 ਦਾ ਮੈਨੂੰ 7 × 3, 3 × 7। ਮੈਂ ਇਹਨਾਂ ਨੂੰ ਬ੍ਰੇਕ ਕਰ ਰਿਹਾ ਵਾਂ ਪ੍ਰਾਈਮ ਨੰਬਰਸ ਦੇ ਵਿੱਚ, ਪ੍ਰਾਈਮ ਫੈਕਟਰਸ ਦੇ ਵਿੱਚ। 6 ਨੂੰ ਕੀ ਲਿਖ ਸਕਦੇ ਹਾਂ, 2 × 3। ਐਲਸੀਐਮ ਦੇ ਟਾਈਮ ਤੇ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ ਤਿੰਨਾਂ ਕੋ ਨੰਬਰਸ ਹੈ, ਜਿਹੜੇ ਸਾਡੇ ਕੋਲ ਜਿੰਨੇ ਵੀ ਪ੍ਰਾਈਮ ਫੈਕਟਰ ਨਜ਼ਰ ਆ ਰਹੇ ਸਾਰੇ ਲਿਖ ਲਓ। 2 ਵੀ ਨਜ਼ਰ ਆ ਰਿਹਾ ਵਾ, 3 ਵੀ ਨਜ਼ਰ ਆ ਰਿਹਾ ਵਾ, 7 ਵੀ ਨਜ਼ਰ ਆ ਰਿਹਾ, ਚਾਹੇ ਉਹ ਕਿਸੇ ਕੋ ਹੈ ਜਾਂ ਨਹੀਂ ਹੈ। ਇੱਕ ਵੀ ਨੰਬਰ 'ਚ ਹੈ ਤਾਂ ਮੈਂ ਲਿਖੂੰਗਾ। ਹੁਣ ਮੈਂ ਦੇਖੂੰਗਾ ਕਿ 2 ਦੀ ਮੈਕਸਿਮਮ ਪਾਵਰ ਕਿਹਦੇ ਕੋ ਹੈ, 2 ਸਿਰਫ ਇਹਦੇ ਕੋ ਹੈ ਵਿਦ ਪਾਵਰ 1। ਸੋ 2 ਦੀ ਪਾਵਰ 1 ਰਹੂਗੀ। 3 ਇਹਦੇ ਕੋ 1 ਹੈ, ਇਹਦੇ ਕੋ 1 ਹੈ, ਪਰ ਇਹਦੇ ਕੋ 2 ਹੈ। ਮੈਕਸਿਮਮ ਪਾਵਰ ਕਿੰਨੀ ਹੈ, 2। ਸੋ 2। 7 ਦੀ ਮੈਕਸਿਮਮ ਪਾਵਰ ਕਿੰਨੀ ਹੈ, 1। ਸੋ ਮੇਰਾ ਐਲਸੀਐਮ ਕੀ ਹੋਊਗਾ, 2 × 9 × 7। 7 9 ਦਾ 63, ਐਲਸੀਐਮ ਆ ਗਿਆ 126। ਸੋ ਇੱਥੇ ਆਊਗਾ 126। ਹੁਣ 9 ਨੂੰ ਕਿੰਨਾ ਮਲਟੀਪਲਾਈ ਕਰੀਏ ਕਿ 126 ਆ ਜਾਏ। ਦੇਖੋ ਇਹ 9 ਹੈ, 9 ਨੂੰ ਕਿੰਨਾ ਮਲਟੀਪਲਾਈ ਕਰਾਂਗੇ, 14 ਦੇ ਨਾਲ। ਸੋ ਇੱਥੇ ਆ ਗਿਆ ਮੇਰੇ ਕੋਲ 14। 21 ਨੂੰ ਕਿੰਨਾ ਕਰਾਂਗੇ, ਦੇਖੋ 7 ਇੱਥੋਂ ਇੱਕ 3 ਲੈ ਲਓ, 7 ਸੇ 21 ਬਚਿਆ ਕਿੰਨਾ, 3 ਤੇ 2 6। ਸੋ 6 ਨਾਲ ਮਲਟੀਪਲਾਈ ਕਰਾਂਗੇ। 6 ਨੂੰ ਕਿੰਨਾ ਮਲਟੀਪਲਾਈ ਕਰਾਂਗੇ, ਇੱਕ 3 ਤੇ ਇੱਕ 2, 6 ਹੋ ਗਏ। 7 3 ਦਾ 21। ਸੋ 21 6 ਦਾ ਜਾਂ 6 21 ਦਾ, ਇਹ ਚੀਜ਼ ਹੋ ਗਈ। ਹੁਣ ਉਹ ਕਹਿ ਰਿਹਾ, ਦੇਖੋ ਇਹ 'ਚੋਂ ਮੈਨੂੰ ਕੀ ਪਤਾ ਲੱਗਦਾ ਕਿ ਮੋਹਨ ਦੀ ਐਫੀਸ਼ੀਐਂਸੀ 14 ਦੀ ਹੈ, ਪ੍ਰਮੋਦ ਦੀ 6 ਦੀ ਹੈ, ਤਿੰਨਾਂ ਦੀ ਮਿਲਾ ਕੇ 21 ਹੈ। ਸੋ ਮੈਂ ਦੇਖੂੰਗਾ ਆਸ਼ੀਸ਼ ਦੀ ਐਫੀਸ਼ੀਐਂਸੀ ਕਿੰਨੀ ਹੈ। ਦੇਖੋ ਇਹਦੇ ਵਿੱਚ ਮੋਹਨ ਤੇ ਪ੍ਰਮੋਦ ਦੀ ਐਫੀਸ਼ੀਐਂਸੀ ਕਿੰਨੀ ਹੈ, 20। ਸੋ ਇਹ 'ਚੋਂ ਅਗਰ ਮੈਂ 20 ਮਾਈਨਸ ਕਰ ਦੇਵਾਂ ਤੇ ਆਸ਼ੀਸ਼ ਦੀ ਐਫੀਸ਼ੀਐਂਸੀ ਕਿੰਨੀ ਹੈ, 1। ਉਹ ਕਹਿ ਰਿਹਾ ਕਿ ਆਸ਼ੀਸ਼ ਨੇ ਅਗਰ ਇਹ ਕੰਮ ਕਰਨਾ ਹੋਵੇ 126 ਯੂਨਿਟ ਟਵਾਈਸ ਮੀਨਸ 2, ਤੈਨੂੰ ਕਿੰਨਾ ਟਾਈਮ ਲੱਗੂਗਾ। ਸੋ ਯੂਨਿਟਸ ਕਿੰਨੇ ਹੋ ਗਏ, 252। ਰੋਜ਼ ਦੇ 1 ਯੂਨਿਟ ਕਰਦਾ ਵਾ, ਕਿੰਨੇ ਦਿਨ ਲੱਗੂਗੇ ਜਾਂ ਕਿੰਨੇ ਘੰਟੇ ਲੱਗੂਗੇ, 252 ਲੱਗੂਗੇ। ਸਾਡਾ ਆਂਸਰ ਕਿੰਨਾ ਵਾ, 252, ਪਹਿਲਾ ਆਪਸ਼ਨ। ਠੀਕ ਹੈ ਜੀ, ਡਬਲ ਵਰਕ ਬੋਲਿਆ ਉਹਨੇ। ਠੀਕ ਹੈ ਜੀ, ਚਲੋ ਐਲਸੀਐਮ ਹੁਣੇ ਅਸੀਂ ਕਰਕੇ ਹਟੇ ਹਾਂ ਕਿ ਐਲਸੀਐਮ ਕਿੱਦਾਂ ਨਿਕਾਲਣਾ। ਦੇਖੋ 3 ਦੀ ਪਾਵਰ 3, 8 ਦੀ ਪਾਵਰ 2 × 12 ਦੀ ਪਾਵਰ 1, 3 ਦੀ ਪਾਵਰ 2 × 12 ਦੀ ਪਾਵਰ 2 × 17, 8 ਦੀ ਪਾਵਰ 3 × 12 की पावर 2
ਸੋ ਇਹਦੇ ਵਿੱਚ ਸਾਰੇ ਨੰਬਰ ਨਾ ਪ੍ਰਾਈਮ ਫੈਕਟਰ ਸੇ ਬ੍ਰੇਕ ਨਹੀਂ ਕੀਤੇ ਹੋਏ, ਪਰ ਆਪਸ਼ਨਸ ਦੇ ਵਿੱਚ ਵੀ ਇਦਾਂ ਹੀ ਹੈ। ਜਿਹੜੇ ਨੰਬਰਸ ਮੈਨੂੰ ਇੱਥੇ ਦਿਖਾਏ, ਦੇਖੋ 3 8 12 17 3 8 12 17 ਆਹੀ ਨੰਬਰ ਦਿੱਤੇ ਹੋਏ ਆ। ਸੋ ਕਿੱਦਾਂ ਨਿਕਾਲੂੰਗਾ? ਮੈਂ ਤੁਹਾਨੂੰ ਕਿਹਾ ਜਿੰਨੇ ਵੀ ਨੰਬਰ ਨਜ਼ਰ ਆ ਰਹੇ ਲਿਖ ਲਓ 3 8 12 17। ਹੁਣ ਜਿਹਦੇ ਕੋਲ ਵੀ ਮੈਕਸਿਮਮ ਪਾਵਰ 'ਚ ਉਹ ਲਿਖ ਲਵਾਂਗੇ। 3 ਦੀ ਪਾਵਰ ਕਿੰਨੀ ਹੈ? 3 ਦੀ ਪਾਵਰ 2 ਹੈ, ਇੱਥੇ ਨਹੀਂ ਹੈਗਾ। ਸੋ 3 ਦੀ ਪਾਵਰ 3 ਸਾਡਾ ਆਨਸਰ ਦੇ ਵਿੱਚ ਹੋਊਗਾ। 8 ਦੀ ਪਾਵਰ 2 8 ਦੀ ਪਾਵਰ 3 ਮੈਕਸਿਮਮ ਕਿਹੜੀ ਹੈ? 8 ਦੀ ਪਾਵਰ 3। 12 ਦੀ ਪਾਵਰ 1 12 ਦੀ ਪਾਵਰ 2 12 ਦੀ ਪਾਵਰ 2 ਮੈਕਸਿਮਮ ਕੀ ਹੈ? 12 ਦੀ ਪਾਵਰ 2। 17 ਮੈਕਸਿਮਮ ਪਾਵਰ ਕਿੰਨੀ ਹੈ? 2। ਸੋ 3 ਦੀ ਪਾਵਰ 3 8 ਦੀ ਪਾਵਰ 3 12 ਦੀ ਪਾਵਰ 2 17 ਦੀ ਪਾਵਰ 2 ਸਾਡਾ फोर्थ ऑप्शन जो है वो ਇਹਦਾ ਆਨਸਰ ਹੈ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਈਜ਼ੀ ਕੁਐਸਚਨ ਹੀ ਸੀਗਾ। ਗ੍ਰਾਫ ਦਾ ਕੁਐਸਚਨ ਹੈ। ਸੋ ਗ੍ਰਾਫ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਤੁਹਾਡਾ ਐਕਚੁਅਲ ਪ੍ਰੋਡਕਸ਼ਨ ਕਿੰਨੀ ਹੋ ਰਹੀ ਹੈ ਬਲੂ ਦੇ ਨਾਲ ਪਤਾ ਲੱਗ ਰਿਹਾ ਵਾ, ਤੇ ਜੋ ਔਰੇਂਜ ਹੈ ਕਿੰਨੀ ਹੋਣੀ ਚਾਹੀਦੀ ਹੈ ਪ੍ਰੋਡਕਸ਼ਨ ਉਹ ਲਿਖਿਆ ਹੋਇਆ ਵਾ। तो पूछ रहा वा, अगर क्वेश्चन ते आइए सीधा, एक्चुअल प्रोडक्शन ऑफ इलेक्ट्रिक कार्स इज व्हाट परसेंटेज ऑफ द प्रोजेक्टेड प्रोडक्शन ऑफ इलेक्ट्रिक कार्स। ठीक है, सो एक्चुअल कितनी है सारे ऐड करने 2019 2022 तक। अगर मैं यदी गल करा तो इत्थे मेरे को आऊँगा 36, यदी गल करिए तो हैगा वा 31 के आसपास, यदी गल करांगे तो 59 और यदी गल करांगे तो साडे को है लगभग 65। ਇਹ ਸਾਡੇ ਕੋਲ ਬਲੂ ਕੈਂਡਲਸ ਦਾ ਡਾਟਾ ਹੈ। ਹਾਲਾਂਕਿ ਡਾਟਾ ਪੇਪਰ ਦੇ ਵਿੱਚ ਲਿਖਿਆ ਹੋਇਆ ਸੀਗਾ, ਅਸੀਂ ਨਹੀਂ ਲਿਖਿਆ ਇੱਥੇ, ਪਰ ਮੈਂ ਅੰਦਾਜ਼ਾ ਲਗਾ ਰਿਹਾ ਕਿ ਕਿੰਨਾ ਹੋਣਾ ਚਾਹੀਦਾ ਵਾ। ਠੀਕ ਹੈ, 6 7 9 16 ਤੇ 21 ਆ ਗਿਆ। 3 6 7 8 8 5 13 ਤੇ 6 19 191 ਆ ਗਿਆ। ਠੀਕ ਹੈ ਜੀ, ਇਹ ਹੈਗਾ ਐਕਚੁਅਲ। ਟਾਰਗੇਟਡ ਕਿੰਨਾ ਵਾ? ਦੇਖੋ 40 ਇੱਥੇ ਹੈ, 40 जो है मैनू एक नज़र आ रहा वा, 42 एक नज़र आ रहा वा, 70 एक नज़र आ रहा, 80 एक नज़र आ रहा, 70 ਤੇ 80। सो इत्थे आ गया मेरे को 2 8 ਤੇ 8 16 16 ਤੇ 7 ਹੁੰਦੇ ਆ 23। सो मैनू परसेंटेज की पूछ रहा वा 191 डिवाइडेड बाय 232। ये आंसर दसना वा मैं कितना होगा। ठीक है, किन्ने परसेंट है दसना वा। तो सीधा सीधा कर लेने 19100 अपॉन 232। सो अगर असीं ध्यान नाल देखिए तो 8 2 16 ਤੇ 9 2 18। सो बेसिकली की है 232 ਨੂੰ ਜਦੋਂ ਮੈਂ 8 ਨਾਲ ਮਲਟੀਪਲਾਈ ਕਰੂੰਗਾ ਨਾ 1858 ਆਊਗਾ, 1858। ਸੋ ਨੀਅਰੈਸਟ ਨੰਬਰ ਜਿਹੜਾ ਵਾ ਉਹ 8 ਦੇ ਮਲਟੀਪਲ 'ਚ ਆ ਰਿਹਾ। ਇਹਦਾ ਮਤਲਬ ਕੀ ਹੈ ਕਿ ਆ ਵੀ ਆਨਸਰ ਨਹੀਂ ਹੋਊਗਾ, ਆ ਵੀ ਆਨਸਰ ਨਹੀਂ ਹੋਊਗਾ। ਠੀਕ ਹੈ, ਸੋ ਇੱਥੇ ਮੇਰੇ ਕੋਲ ਕਿੰਨਾ ਬਚੂਗਾ? 42 ਤੇ 52। ਇੱਥੇ ਆ ਗਿਆ 520। ਹੁਣ 232 ਦਾ ਡਬਲ ਕਿੰਨਾ ਹੁੰਦਾ? 464 464। ਇੱਥੇ ਕੀ ਆ ਗਿਆ 2। ਸੋ 82 वाला जो है साडा आंसर अगे निकालने की जरूरत नहीं है। ठीक है, 82 वाला ही साडा आंसर है, अगे निकालने की जरूरत नहीं है। ठीक है जी, सो ऐसे ही साडे को सैट 9 ऑफ मैथ्स पंजाब पुलिस कॉन्स्टेबल 2024 का। अगेन अगर तुसीं कॉन्स्टेबल की तैयारी करना चाहते हो, न्यू बैचेस जो है चल रहे हैं, न्यू बैचेस स्टार्ट भी हो रहे हैं, बच्चों ने तैयारी स्टार्ट करती है, तुसीं भी जल्दी तैयार करो। जून जुलाई अगस्त के आस पास पेपर जिहड़ा वा हो जाता वा, पिछली बार भी होया सी। सो कईयां दा जल्दी आ जांदा, किसी कईयां दा महीने बाद आंदा वा जिद्दां शिफ्ट हुंदी है। ठीक है, सो पंजाब पुलिस कॉन्स्टेबल की कोचिंग लई ज्ञानम इंस्टीट्यूट अमृतसर, ऑपोजिट गुरु नानक देव यूनिवर्सिटी UT मार्केट। ठीक है जी, थैंक यू।